सतनाम श्री वाहेगुरु साहिब। जो हम बांधे मोह पास, हम प्रेम बंधन तुम बांधे। जो हम बांधे मोहब्बत, हम प्रेम बंधन तुम बांधे। अपने छूटन को जतन करो, हम छूटे तुम्हें आराधे। अपने छूटन को जतन करो, हम छूटे तुम्हें आराधे। हम संतन की रेन प्यारे, हम संतन की सरना। संत हमारी संत हमारी ओट सतानी। संत हमारा गहना। अगम अगाध पार ब्रह्म सोए, जो जो कहे सुमुक्ता होए। सुन मेता नानक बिनवंता, साध जना की अचरज कथा। तुम्हारी शरण तुम्हारी आशा, तुम ही सजन सुहेले। राखो राखण हार दयाला, नानक करके गोले। ज्ञान महारस नेत्री अंजन, पवन रूप दिखाया। सखी मिलो रस मंगल गावो, हम कर साजन आया। धन गुरु नानक। धन गुरु नानक। धन गुरु नानक। नाम लइए सतगुरु नानक के, दुख दर्द रोग मिटे सो भयानक। नाम लइए सतगुरु नानक के, सुख संपत्ति भोग मिले सो अचानक।
ਨਾਮ ਲਈਏ ਸਤਿਗੁਰੂ ਨਾਨਕ ਕੇ ਜਗ ਕਾਗ ਚੁਏ ਮਿਲ ਮੋਤੀ ਮਾਣਕ ਜੋ ਵੀ ਸੱਚਾ ਪ੍ਰੇਮ ਧਾਰ ਕੇ ਇੱਕ ਵਾਰੀ ਆਖੇ ਧੰਨ ਸ੍ਰੀ ਗੁਰੂ ਨਾਨਕ। ਸਾਰੀ ਸੰਗਤ ਜਪੋ ਜੀ ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ। ਸਾਰੀ ਸੰਗਤ ਇਹ ਵੱਡੇ ਭਾਗ ਨੇ। ਜਿਹੜਾ ਇਹ ਗੁਰੂ ਨਾਨਕ ਦਾ ਘਰ ਨਾਨਕਸਰ ਇਸ ਇਲਾਕੇ ਨੂੰ ਪ੍ਰਾਪਤ ਹੋਇਆ। ਇਹ ਗੁਰੂ ਨਾਨਕ ਦਾ ਘਰ ਤੇ ਨਾਨਕਸਰ ਅੰਮ੍ਰਿਤਸਰ ਸਿਫਤੀ ਦਾ ਘਰ ਨਾਨਕਸਰ ਭਗਤੀ ਦਾ ਘਰ। ਆਖੋ ਸ੍ਰੀ ਵਾਹਿਗੁਰੂ। ਅੰਮ੍ਰਿਤਸਰ ਸਿਫਤੀ ਦਾ ਘਰ। ਉਥੋਂ ਗੁਰੂ ਰਾਮਦਾਸ ਦੇ ਦਰਬਾਰ ਤੋਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਪਰਮੇਸ਼ਰ ਸਿਫਤ ਸਲਾਹ ਦੀ ਦਾਤ ਦੇਵੇ ਉਹ ਪਾਤਸ਼ਾਹ ਦੇ ਪਾਤਸ਼ਾਹ ਨੇ। ਨਾਨਕਸਰ ਇਹ ਉਹ ਸਥਾਨ ਹੈ ਜਿਹੜਾ ਸੋ ਸਥਾਨ ਬਤਾਵੋ ਮੀਤਾ ਜਾਂ ਕਿ ਹਰ ਹਰ ਕੀਰਤਨ ਨੀਤਾ। ਭਗਤੀ ਦਾ ਘਰ ਜੇ ਅੰਮ੍ਰਿਤਸਰ ਤੋਂ ਸਿਫਤਾਂ ਨਹੀਂ ਮਿਲਣੀਆਂ ਜਾਂ ਨਾਨਕਸਰ ਤੋਂ ਭਗਤੀ ਨਹੀਂ ਮਿਲਣੀ, ਇਹ ਹੋ ਨਹੀਂ ਸਕਦਾ। ਨਾਨਕਸਰ ਭਗਤੀ ਦਾ ਘਰ ਏ, ਭਗਤੀ ਹੀ ਮਿਲੇਗੀ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਨੰਦ ਸਿੰਘ ਨੇ, ਹੋਰ ਨਹੀਂ ਕਿਸੇ ਚੀਜ਼ ਦਾ। ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੇਵਲ ਨਾਮ ਹੀ। ਪੜੋ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਨੰਦ ਸਿੰਘ ਨੇ। ਤੇ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਨੰਦ ਸਿੰਘ ਨੇ। ਦੀ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਨੰਦ ਸਿੰਘ ਨੇ।
ਇੱਥੇ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਇੱਥੇ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਉਹ ਨਾਮ ਜਪਿਆ ਤੇ ਨਾਮ ਜਪਾਇਆ ਧੰਨ ਬਾਬਾ ਆਨੰਦ ਸਿੰਘ ਨੇ। ਨਾਮ ਜਪਿਆ ਤੇ ਨਾਮ ਜਪਾਇਆ ਧੰਨ ਬਾਬਾ ਆਨੰਦ ਸਿੰਘ ਨੇ। ਜਪਿਆ ਤੇ ਨਾਮ ਜਪਾਇਆ ਧੰਨ ਬਾਬਾ ਆਨੰਦ ਸਿੰਘ ਨੇ। ਨਾਮ ਜਪਿਆ ਤੇ ਨਾਮ ਜਪਾਇਆ ਧੰਨ ਬਾਬਾ ਆਨੰਦ ਸਿੰਘ ਨੇ। ਇਹ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਇੱਥੇ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਜੀ ਧੰਨ ਬਾਬਾ ਆਨੰਦ ਸਿੰਘ ਨੇ। 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 ਜੀ ਧੰਨ ਬਾਬਾ ਆਨੰਦ ਸਿੰਘ ਨੇ। 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 ਵਿੱਚ ਜੰਗਲਾਂ ਦੇ ਮੰਗਲ ਲਾਇਆ ਧੰਨ ਬਾਬਾ ਆਨੰਦ ਸਿੰਘ ਨੇ। ਵਿੱਚ ਜੰਗਲਾਂ ਦੇ ਮੰਗਲ ਲਾਇਆ ਧੰਨ ਬਾਬਾ ਆਨੰਦ ਸਿੰਘ ਨੇ। ਜੰਗਲਾਂ ਦੇ ਮੰਗਲ ਲਾਇਆ ਧੰਨ ਬਾਬਾ ਆਨੰਦ ਸਿੰਘ ਨੇ। ਵਿੱਚ ਜੰਗਲਾਂ ਦੇ ਮੰਗਲ ਲਾਇਆ ਧੰਨ ਬਾਬਾ ਆਨੰਦ ਸਿੰਘ ਨੇ। ਨਾਨਕ ਸਰ ਭਗਤੀ ਦਾ ਘਰ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਜੀ ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਭਗਤੀ ਦਾ ਘਰ ਬਣਾਇਆ ਧੰਨ ਬਾਬਾ ਆਨੰਦ ਸਿੰਘ ਨੇ। ਪੁੰਨ ਦਾਨ ਤੀਰਥ ਇਹ ਕਲਯੁਗ ਦੇ ਵਿੱਚ ਇਹਨਾਂ ਦੀ ਕੋਈ ਕੀਮਤ ਨਹੀਂ ਖਾਸ। ਇਹ ਸਭ ਜ਼ੀਰੋ ਨੇ। ਕੋਈ ਪੁੰਨ ਦਾਨ ਕਰਦਾ ਹੈ, ਕੋਈ ਤੀਰਥਾਂ ਤੇ ਜਾਂਦਾ ਹੈ ਦਰਸ਼ਨਾਂ ਨੂੰ, ਕੋਈ ਪਰਉਪਕਾਰ ਕਰਦਾ ਹੈ, ਸਭ ਜ਼ੀਰੋ ਨੇ। ਏਕਾ ਹੈ ਪਰਮੇਸ਼ਰ ਦਾ ਨਾਮ। ਤੁਹਾਨੂੰ ਪਤਾ ਹੈ ਕਿ ਜ਼ੀਰੋ ਦੀ ਕੀਮਤ ਏਕੇ ਦੇ ਨਾਲ ਪੈਣੀ ਹੈ। ਤੁਸੀਂ ਕਿੰਨੇ ਮਰਜ਼ੀ ਕਿਰਤ ਕਮਾਈ ਕਰ ਲਓ, ਕਿੰਨੇ ਪੁੰਨ ਦਾਨ ਕਰ ਲਓ, ਕਿੰਨੇ ਤੀਰਥ ਕਰ ਲਓ, ਬਿਨਾਂ ਨਾਮ ਤੋਂ ਕੀਮਤ ਨਹੀਂ ਹੁੰਦੀ। ਕਰਮ ਧਰਮ ਪਖੰਡ ਜੋ ਦਿਸੇ ਤਿਨ ਜਮ ਜਗਾਤੀ ਲੁੱਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਚਿਤ ਛੂਟੇ। ਬਿਲਡਿੰਗਾਂ ਬਣਾਓ, ਲੰਗਰ ਲਾਓ, ਦਰਸ਼ਨ ਕਰਨ ਜਾਓ ਗੁਰਧਾਮਾਂ ਗੁਰਦੁਆਰਿਆਂ ਦੇ। ਇਹ ਇੱਕ ਜ਼ੀਰੋ ਹੈ ਬਿਨਾਂ ਨਾਮ ਤੋਂ। ਗੱਡੀਆਂ ਭਰ ਭਰ ਕੇ ਹਜ਼ੂਰ ਸਾਹਿਬ ਜਾਂਦੀਆਂ ਨੇ, ਕੋਈ ਵਿਰਲੇ ਖੱਟ ਕੇ ਆਉਂਦੇ। ਮੁਸਲਮਾਨ ਮੱਕੇ ਦੇ ਹਜ ਨੂੰ ਲੱਖਾਂ ਕਰੋੜਾਂ ਜਾਂਦੇ ਆ, ਹਿੰਦੂ ਤੀਰਥਾਂ ਤੇ ਲੱਖਾਂ ਕਰੋੜਾਂ ਜਾਂਦੇ ਆ। ਸਾਡੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਤੀਰਥ ਯਾਤਰਾ ਕਰਨੀ, ਇਹਦੀ ਨਾਮ ਨਾਲ ਕੀਮਤ ਹੈ। ਜਿਨ੍ਹਾਂ ਦੇ ਪੱਲੇ ਨਾਮ ਨਹੀਂ ਸੀ, ਉਹ ਗੁਰਦੁਆਰਿਆਂ ਵਿੱਚ ਰਹਿੰਦੇ ਹੋਏ ਵੀ, ਪ੍ਰਬੰਧਕ ਬਣੇ ਹੋਏ ਵੀ, ਗ੍ਰੰਥੀ ਬਣੇ ਹੋਏ ਵੀ,
ਅਸੀਂ ਖਾਲੀ ਜਾਂਦੇ ਵੇਖੇ ਕਿ ਪੱਲੇ ਨਾਮ ਨਹੀਂ ਸੀ, ਪੱਲੇ ਪੂਜਾ ਖਾ ਲਈ, ਚੌਧਰ ਕਰ ਲਈ। ਇਹ ਸੇਵਾ ਹੈ, ਚੌਧਰ ਨਹੀਂ। ਇਹ ਸੇਵਾ ਹੈ, ਇਹ ਕੋਈ ਪੁਜਾਰੀ ਨਹੀਂ। ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹੈ। ਜਿਨੇ ਸ਼ਰਧਾ ਭਾਵਨਾ ਨਾਲ ਇਥੋਂ ਤਿਆਰੀ ਕੀਤੀ ਹੈ। ਗੁਰੂ ਰਾਮਦਾਸ ਦੇ ਦਰਬਾਰ ਦੇ ਦਰਸ਼ਨ ਕਰਨੇ, ਪਰਿਵਾਰ ਨੂੰ ਨਾਮ ਜਪਦੇ ਬਾਣੀ ਪੜ੍ਹਦੇ ਲੈ ਕੇ ਗਏ ਨੇ, ਤੇ ਕੇਵਲ ਗੁਰੂ ਦੇ ਦਰਸ਼ਨਾਂ ਤੱਕ ਹੀ, ਬਾਕੀ ਨਹੀਂ ਕਿ ਭੈਣਾਂ ਭਾਈਆਂ ਨੂੰ ਮਿਲਾਵਾਂਗੇ, ਰਿਸ਼ਤੇਦਾਰੀ 'ਚ ਜਾਵਾਂਗੇ, ਅੰਮ੍ਰਿਤਸਰ ਵੀ ਮੱਥਾ ਟੇਕਾਵਾਂਗੇ। ਇਹ ਤਾਂ ਲੱਖਾਂ ਲੋਕ ਆ ਰਹੇ ਨੇ ਯਾਤਰਾ ਕਰਨ। ਯਾਤਰਾ ਉਹਨਾਂ ਦੀ ਸਫਲ ਹੈ ਜਿਨ੍ਹਾਂ ਨੇ ਜਪਿਆ ਤੇ ਜਪਾਇਆ, ਜਿਨ੍ਹਾਂ ਨੇ ਜਾ ਕੇ ਕੀਰਤਨ ਦੇ ਨਾਲ ਮਨ ਜੋੜ ਲਿਆ, ਜਿਨ੍ਹਾਂ ਨੇ ਸੇਵਾ ਵਿੱਚ ਮਨ ਜੋੜ ਲਿਆ, ਜਿਨ੍ਹਾਂ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਿਆ। ਉਹ ਰੂਹਾਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ। ਨਿਯਮ ਨੇ। ਰੋਟੀ ਵੀ ਕਿਸੇ ਢੰਗ ਨਾਲ ਬਣਦੀ, ਜੁਗਤੀ ਨਾਲ। ਕੱਲੀ ਆਟੇ ਦੀ ਰੋਟੀ ਨਹੀਂ ਪੱਕਦੀ, ਉਹਨੂੰ ਪਕਾਉਣ ਵਾਸਤੇ ਹੋਰ ਵੀ ਬੜੀਆਂ ਜੁਗਤੀਆਂ ਵਰਤਣੀਆਂ ਪੈਂਦੀਆਂ, ਬੜੇ ਸਾਵਧਾਨ। ਜਿਹੜੀ ਬੀਬੀ ਸਿਆਣੀ ਨਹੀਂ, ਉਹ ਰੋਟੀ ਦੀ ਵੀ ਡੰਡ ਲਾ ਦਿੰਦੀ ਹੈ, ਦਾਲ ਦੀ ਵੀ ਡੰਡ ਲਾ ਦਿੰਦੀ, ਸਬਜ਼ੀ ਦੀ। ਤੇ ਨਾਮ ਵੀ ਕਿਸੇ ਜੁਗਤੀ ਨਾਲ ਜਪਿਆ ਜਾਏ। ਗੁਰੂ ਘਰਾਂ ਦੇ ਦਰਸ਼ਨ ਵੀ ਕਿਸੇ ਜੁਗਤ ਨਾਲ ਹੋਣਗੇ। ਇਹ ਮੇਲੇ ਨਹੀਂ ਕਿ ਮੇਲੇ ਤੁਰ ਪਏ ਨੇ ਤੀਰਥਾਂ ਦੀ ਯਾਤਰਾ ਕਰਨ। ਉਹ ਤਾਂ ਮੁਸਲਮਾਨਾਂ ਦੇ ਵੀ ਲੱਗ ਰਹੇ ਨੇ, ਹਿੰਦੂਆਂ ਦੇ ਵੀ ਲੱਗ ਰਹੇ ਨੇ, ਈਸਾਈਆਂ ਦੇ ਵੀ ਲੱਗ ਰਹੇ ਨੇ। ਸਿੱਖ ਗੁਰਧਾਮਾਂ ਦੇ ਗੁਰੂ ਦੇ ਦਰਸ਼ਨ ਕਰਨ ਜਾਂਦਾ ਹੈ, ਨਾਮ ਜਪਦਾ ਜਾਂਦਾ ਹੈ, ਆਪਣੀ ਦਸਵੰਧ ਕਮਾਈ ਸਫਲ ਕਰਦਾ ਹੈ। ਇਹਨੂੰ ਗੁਰਧਾਮਾਂ ਦੇ ਫਿਰ ਫਲ ਪ੍ਰਾਪਤ ਹੁੰਦੇ ਆ ਯਾਤਰਾ ਦੇ। ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਚੱਲ ਜੇ ਜਾਣਾ ਹੀ ਜਾਇਆ ਅੰਮ੍ਰਿਤਸਰ, ਹਜ਼ੂਰ ਸਾਹਿਬ, ਜਿੱਥੇ ਵੀ ਪਟਨਾ ਸਾਹਿਬ, ਜਿੱਥੇ ਗੁਰਦੁਆਰੇ ਨੇ, ਸਭ ਜਗ੍ਹਾ ਜਾਇਆ। ਪਰ ਯਾਦ ਰੱਖੀ, ਨਾ ਹੁਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭੌ ਲੱਥੀ ਨਾਤਿਆਂ, ਦੋ ਭੌ ਚੜੀਏ ਸਹੋਰ। ਬਾਹਰ ਧੋਤੀ ਤੂੰਬੜੀ, ਅੰਦਰ ਵਿਸਨ ਕੋਰ। ਸਾਧ ਭਲੇ ਅਨਾਤਿਆਂ, ਚੋਰ ਸੇ ਚੋਰਾਂ ਚੋਰ। ਗੁਰੂ ਦੇ ਦਰਸ਼ਨ ਤੈਨੂੰ ਤਾਰਨਗੇ ਜੇ ਤੂੰ ਜੁਗਤੀ ਨਾਲ ਜਾਵੇਂਗਾ। ਹਰ ਚੀਜ਼ ਜੁਗਤ ਨਾਲ ਬਣੀ ਹੈ। ਗੱਡੀ ਕਾਰਾਂ ਭਜਦੀਆਂ ਨੇ, ਰੋਡ ਤੇ ਰੋਡਾਂ ਬਣੀਆਂ ਨੇ, ਸਭ ਦੇ ਨੇਮ ਨਿਯਮੇ ਤੇ ਪਾਠ ਕਰਨ ਦਾ ਕੋਈ ਨਹੀਂ ਲੋੜ। ਗੁਰੂ ਸਾਹਿਬ ਨੇ ਕਿਹਾ ਵੀ ਤੂੰ ਕਰ। ਜਿਵੇਂ ਜ਼ਿਮੀਂਦਾਰ ਕਰਦਾ ਹੈ ਨਾ, ਜ਼ਿਮੀਂਦਾਰਾ ਉਵੇਂ ਤੂੰ ਵੀ ਨਾਮ ਜਪ। ਜਿਵੇਂ ਉਹ ਫਲ ਪਕਾ ਕੇ ਲਿਆਉਂਦਾ, ਤੇਰਾ ਵੀ ਫਲ ਪੱਕ ਕੇ ਘਰੇ ਆਏਗਾ। ਕਹਿੰਦੇ ਜਿਵੇਂ ਹੱਟੀ ਵਾਲਾ ਹੱਟੀ ਚਲਾਉਂਦਾ ਹੈ, ਉਸੇ ਤਰ੍ਹਾਂ ਤੂੰ ਨਾਮ ਜਪ। ਜਿਵੇਂ ਹੱਟੀ ਵਾਲਾ ਧਨ ਇਕੱਠਾ ਕਰ ਲੈਂਦਾ, ਤੂੰ ਵੀ ਕਰ ਲਵੇਂਗਾ। ਕਹਿੰਦੇ ਜਿਵੇਂ ਚਾਕਰ ਚਾਕਰੀ ਕਰਦਾ ਹੈ, ਉਵੇਂ ਤੂੰ ਵੀ ਚਾਕਰ ਨੌਕਰੀ ਕਰ। ਜਿਵੇਂ ਉਹ ਪੱਕਾ ਨੌਕਰੀ ਕਰਦਾ, ਉਵੇਂ ਤੂੰ ਕਰ।
ਤੈਨੂੰ ਵੀ ਰੱਬ ਮਿਲ ਪਏਗਾ, ਸੱਚਾ ਧਨ ਮਿਲ ਜਾਏਗਾ। ਬੈਂਕ ਮੈਨੇਜਰ ਦੇ ਨੌਕਰ ਨੂੰ ਬਾਬਾ ਜੀ ਨੇ ਪੁੱਛਿਆ, ਤੇਰਾ ਕਿੰਨਾ ਕੁ ਨਿਤਨੇਮ ਹੈ? ਕਹਿੰਦਾ ਜੀ ਮੇਰਾ 2.5 ਘੰਟੇ ਦਾ ਨਿਤਨੇਮ। ਹੁਣ ਮਹਾਂਪੁਰਸ਼ਾਂ ਨੂੰ ਪਤਾ, ਕਹਿ ਦਿੰਦੇ ਅਸੀਂ ਜੀ ਮੈਂ ਇੰਨਾ ਦਸਵੰਧ ਕੱਢਦਾ, ਮੈਂ ਇੰਨਾ ਪਾਠ ਕਰਦਾ ਰੋਜ਼ 2.5 ਘੰਟੇ। ਇਹ ਅਸੀਂ ਕਹਿ ਸਕਦੇ ਹਾਂ, ਪਰ ਮਹਾਂਪੁਰਸ਼ ਵੇਖਦੇ ਇਹਨੂੰ 2.5 ਘੰਟਿਆਂ ਦਾ ਫਲ ਮਿਲਦਾ ਵੀ ਹੈ ਕਿ ਨਹੀਂ ਮਿਲਦਾ। ਇਹਨੇ ਦਾਨ ਕੀਤਾ, ਇਹਨੂੰ ਫਲ ਮਿਲਦਾ ਵੀ ਹੈ ਕਿ ਨਹੀਂ ਮਿਲਦਾ। ਮੈਂ ਬਹੁਤਿਆਂ ਲੋਕਾਂ ਨੂੰ ਦਾਨ ਦੇ ਫਲ ਲੈਂਦੇ ਨਹੀਂ ਵੇਖਿਆ, ਖਰਾਬ ਹੁੰਦੇ ਵੇਖਿਆ। ਹੰਕਾਰ ਵਿੱਚ ਕਰਦੇ ਮੈਂ ਇੰਨੇ ਲੱਖ, ਮੈਂ ਅੱਜ ਜ਼ਮੀਨਾਂ ਦਿੱਤੀਆਂ, ਮੈਂ ਗੁਰਦੁਆਰਾ ਬਣਾਇਆ। ਇੱਕ ਪਰਿਵਾਰ ਆ ਗਿਆ, ਕਹਿੰਦੇ ਜੀ ਅਸੀਂ ਬੜੇ ਸੌਖੇ ਸੀ, ਬੜਾ ਸੋਹਣਾ ਕਾਰੋਬਾਰ ਸੀ, ਤੇ ਅਸੀਂ ਗੁਰੂ ਘਰ ਦੇ ਵਿੱਚ ਸਰੋਵਰ ਬਣਾਇਆ, ਨਿਸ਼ਾਨ ਸਾਹਿਬ ਲਵਾਇਆ, ਡਿਓੜੀ ਬਣਾਈ, ਅਸੀਂ ਰੁਲ ਗਏ, ਬਹੁਤ ਬੁਰਾ ਹਾਲ ਸਾਡਾ। ਇਹ ਕਿਉਂ ਹੋਇਆ? ਇਹ ਸਾਨੂੰ ਇਹ ਸਾਡੇ ਨਾਲ ਕਿਸ ਕਾਰਨ ਕਰਕੇ ਹੋਇਆ? ਮੈਂ ਕਿਹਾ ਜਿਹੜਾ ਤੁਸੀਂ ਸਰੋਵਰ ਬਣਾਇਆ ਹੈ, ਨਿਸ਼ਾਨ ਸਾਹਿਬ ਲਾਇਆ ਹੈ, ਡਿਓੜੀ ਬਣਾਈ, ਉਹਦੇ ਕਰਕੇ ਤੁਹਾਡੇ ਤੱਪੜ ਰੁਲ ਗਏ। ਇਹ ਹਾਲ ਤਾਂ ਤੁਹਾਡਾ ਹੋਇਆ। ਕਹਿੰਦੇ ਕਿਉਂ? ਇਹ ਤਾਂ ਚੰਗਾ ਹੈ ਦਾਨ ਕਰਨਾ। ਮੈਂ ਕਿਹਾ ਦਾਨ ਕਰਨਾ ਚੰਗਾ ਹੈ, ਪਰ ਮਾਣ ਕਰਨਾ ਤਾਂ ਮਾੜਾ ਹੈ ਨਾ। ਮੈਂ ਸਰੋਵਰ ਬਣਾਇਆ, ਮੈਂ ਨਿਸ਼ਾਨ ਸਾਹਿਬ ਲਾਇਆ, ਮੈਂ ਡਿਓੜੀ ਬਣਾਈ, ਤੂੰ ਘਰ ਦੇ ਕਿੰਨੇ ਕੋਠੇ ਬਣਾਏ ਆ, ਕੋਠੀਆਂ ਬਣਾਈਆਂ, ਦੁਕਾਨਾਂ ਬਣਾਈਆਂ, ਸ਼ੋਰੂਮ ਬਣਾਇਆ, ਉਹਦਾ ਤੈਨੂੰ ਫਲ ਮਿਲਣ ਲੱਗਾ ਹੈ? ਹਉਮੈ ਆ ਸਾਰੀ। ਗੁਰੂ ਘਰ ਦੀ ਸੇਵਾ ਹੁੰਦੀ ਏ ਆਪ ਗਵਾਈਏ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਜੇ ਤੂੰ ਨਿਮਾਣਾ ਹੋ ਕੇ ਗੁਰੂ ਦਾ ਸੇਵਕ ਬਣ ਕੇ ਦਸਵੰਧ ਕੱਢ ਰਿਹਾ ਹੈ, ਤੈਨੂੰ ਦਸਵੰਧ ਤਾਰਦਾ ਜਾ ਰਿਹਾ, ਤੇਰੇ ਰੰਗ ਭਾਗ ਲਾਉਂਦੇ ਜਾ ਰਹੇ। ਝੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ, ਜਿਨ੍ਹਾਂ ਨੂੰ ਸੇਵਾ ਕਰਨੀ ਨਹੀਂ ਆਈ, ਉਹ ਝੜ ਜਾਂਦੇ। ਗੁਰੂ ਘਰੋਂ ਦੁੱਧ ਪੁੱਤ ਪਦਾਰਥ ਸਭ ਕੁਝ ਮਿਲਦਾ। ਇੱਕ ਗੁਰੂ ਘਰ 'ਚ ਨਮਸਕਾਰ ਕਰੋ, ਸਭ ਕੁਝ ਪ੍ਰਾਪਤ ਹੁੰਦਾ ਹੈ। ਭਾਵਨਾ ਰੱਖੋ। ਮੈਂ ਇੱਕ ਸ਼ਖਸ ਨੂੰ ਦੇਖਿਆ ਕਿ ਉਹ 24 ਸਾਲ ਸਾਰੇ ਪੰਜਾਬ ਦੇ ਗੁਰਦੁਆਰੇ, ਬਿਹਾਰ ਦੇ ਗੁਰਦੁਆਰੇ, ਮਹਾਰਾਸ਼ਟਰ ਦੇ ਗੁਰਦੁਆਰੇ, ਦਿੱਲੀ ਦੀ ਕਮੇਟੀ, ਹਜੂਰ ਸਾਹਿਬ ਦੀ ਕਮੇਟੀ, ਪਟਨਾ ਸਾਹਿਬ ਦੀ, ਪੰਜਾਬ ਦੀ, ਉਹਦਾ ਪ੍ਰਧਾਨ ਰਿਹਾ 24 ਸਾਲ, ਤੇ ਉਹਨੂੰ ਪੁੱਤ ਵੀ ਪ੍ਰਾਪਤ ਨਹੀਂ ਹੋਇਆ, ਪੁੱਤ ਵੀ ਘਰ ਨਹੀਂ ਹੋਇਆ। ਜਿਨ੍ਹਾਂ ਨੂੰ ਸੇਵਾ ਕਰਨੀ ਆਏਗੀ, ਮਹਾਂਪੁਰਸ਼ਾਂ ਦੇ ਦਰਬਾਰ ਤੇ ਇਹਦਾ ਪ੍ਰਧਾਨ ਰਹਿਣਾ। ਮਹਾਂਪੁਰਸ਼ਾਂ ਦੇ ਦਰਬਾਰ ਤੇ ਕਿਸੇ 12 ਸਾਲ ਝਾੜੂ ਦੀ ਸੇਵਾ ਕੀਤੀ ਹੋਵੇ, ਕਿਸੇ ਦੁੱਧ ਢੋਣ ਦੀ ਸੇਵਾ ਕੀਤੀ ਹੋਵੇ, ਲੰਗਰ ਵਰਤਾਉਣ ਦੀ ਸੇਵਾ ਕੀਤੀ ਹੋਵੇ, ਨਿਮਾਣੇ ਹੋ ਕੇ, ਉਹ ਤਾਂ ਸਾਰਾ ਕੁਝ ਲੈ ਗਿਆ ਹੈ। ਤੇ ਜਿਨ੍ਹਾਂ ਨੇ ਚੌਧਰਾਈ ਚਲਾਈਆਂ ਸੀ, ਜਿਨ੍ਹਾਂ ਨੇ ਹੁਕਮ ਹੀ ਚਲਾਏ ਸੀ, ਜਿਹੜੇ ਕੁਝ ਬਣ ਕੇ ਬੈਠੇ ਸੀ, ਉਹ ਫਿਰ ਪਰਮਾਤਮਾ ਨੂੰ ਪਾਏ ਨਹੀਂ। ਬਾਬਾ ਨੰਦ ਸਿੰਘ ਜੀ ਕਹਿੰਦੇ ਸਾਰਿਆਂ ਨੂੰ ਬਿਠਾ ਕੇ, ਕਹਿੰਦੇ ਭਾਈ ਸਭ ਤੋਂ ਵੱਡਾ ਪਾਪ ਕਿਹੜਾ ਹੈ? ਸਭ ਤੋਂ ਵੱਡੀ ਬੇਅਦਬੀ ਗੁਰੂ ਦੇ ਘਰ ਦੀ ਕਿਹੜੀ ਹੈ? ਕਿਹੜੀ ਬੇਅਦਬੀ ਹੈ? ਜਿਸ ਬੇਅਦਬੀ ਦਾ ਇੰਨਾ ਪਾਪ ਹੈ
कि रब धक देंदा, फिर नेड़े नहीं लाउंदा। उस बंदे नूं परमेश्वर इहो जिहा धक्का दिंदा फिर कदी मेलदा नहीं, जे वो बेअदबी हो जाए। कहंदे जी आप ही समत बख्शो, किहड़ी गुरु घर गुरु साहब दे घर विच गुरुद्वारे विच सब तो वड्डी बेअदबी किहड़ी? बाबा जी कहते सब तो वड्डी बेअदबी है जेड़ा गुरु घर दे विच कुछ बन के बह जाना, बस मैं ही हाँ, मेरिया ही प्रधानियां, मेरे ही हुक्म चलणगे, इस तो वड्डा कोई पाप नहीं। जिसने कीती जरा बेअदबी इस गली विच सही हो। मंसूर नूं क्यों सूली चढ़ना पिया? उन्हें कहा सी मैं रब हाँ। उन्हें कहा जे इन्नी तेरे च मैं आ गई है ना, रब तो सारी दुनिया ही रब है। जे इन्नी क तू होमे कर बैठा मंसूर, चढ़ सूली थी। जो मंसूर चढ़ाया सूली फिर ना सानू की हो। गुरु घर दे विच आण के कोई महापुरुष रब बन के नहीं बैठे। बाबा आनंद सिंह जी, बाबा ईश्वर सिंह जी, मैं दास बोलदा। सुलझे हुए प्रबंधक साध संगत दी धूड़ी बन के रहिंदे, सुलझे हुए ग्रंथी रागी सिंह निमाणे होके रहिंदे, जिन्होंने सोची नहीं हो होशे पंच जो मर्जी करी जाओ, ये बेअदबियां। गुरु घर दे विच सेवा दे बड़े फल, पर तेनू सेवा करनी आउंदी होवे, कुल्लां तर जांदियां ने। ब्रह्म ज्ञानी ते ब्रह्म ज्ञानी जन्म लेंदे आ घरां च, तेन सेवा करनी आउंदी होवे। एक सेवा भी कीती, गुरु राज भाग वडियाइयां दे देंदे। दास बन, अगला ना करो पिछे सारे लंगर लुंगर सारे बंद करके असी अज ही हाजरियां भरनियां, फिर वापस जाना है। बाबा जी दे घर दी वडियाई कर रहे हैं कि गुरु नानक साहब दा करके हुई है। गुरु नानक देव जी किसे पंक्ति विच कहंदे होण मैं गुरु हाँ, मैं रहबर हाँ तुहाडा, मैं खुदा। वो तो किदे कहंदे मूर्ख, किदे कहंदे मैं कुत्ता कुकर, किदे कहंदे मैं दास। जे गुरु नानक साहब ये कहंदे आ बाबा आनंद सिंह टोया पट के बहिंदे आ ते असीं कित्थों रब बन जाएंगे? जेड़े गुरु नानक दे घर दे सेवादार खाक बन के रहिंदे आ, असीं कित्थों दे वड्डे प्रधान बन जाएंगे, चौधरी बन जाएंगे? इन्हां तो बचना है। जेड़ियां चीज़ां नहीं रास वो नहीं करनी। गुरु साहब कहते जिमीदार जिमें जिमीदारा करता है उवें तू नाम जप, वो भंडार भर लेंदा तू ही भर। हट्टी वाला जिमें हट्टी चलाउंदा है, जेड़ियां चीज़ां दी हट्टी वाले नूं लोड़ है धन इकट्ठा कर लेंदा, तू उसे तरह नाम दा हट खोल ला। कहंदे जिवें नौकरी करन वाला नौकरी करदा इवें तू भी चाकर बन जा, इस तरह की चाकरी कर ते देखी तेरा परमेश्वर दे नाल किन्नी छेती मेल होंदा ते तेनू किन्ना धन सुख मिलदा। नौकरी वाले सुखी होंदे आ। फिर कहंदे व्यापारी बनना ही
ਤੇ ਜਿਵੇਂ ਸਦਾਗਰ ਸਦਾਗਰੀ ਕਰਦੇ ਆ ਉਵੇਂ ਤੂੰ ਨਾਮ ਦਾ ਵਪਾਰੀ ਬਣ ਜਾ, ਨਾਮ ਦਾ ਸੌਦਾ ਵੇਚ, ਲੈਣ ਦੇਣ ਕਰ, ਤੂੰ ਬੜਾ ਵੱਡਾ ਵਪਾਰੀ ਬਣ ਜਾਏਗਾ। ਗੁਰੂ ਨਾਨਕ ਦੇ ਘਰ ਦਾ ਨਾਮ ਕੇ व्यापारी, हर के नाम के व्यापारी। भी सदागरा ਵਪਾਰ ਕਰਨ ਵਾਲਿਆ ਤੂੰ ਬੜਾ ਵੱਡਾ ਵਪਾਰੀ ਹੈ, ਦੇਸਾਂ ਪ੍ਰਦੇਸਾਂ ਵਿੱਚ ਤੇਰੇ ਵਪਾਰ ਚੱਲਦੇ ਆ। ਤੇ ਮੈਂ ਵੀ ਭਾਈ ਗੁਰੂ ਨਾਨਕ ਦੇ ਘਰ ਦਾ ਵਪਾਰੀ ਆ, ਮੇਰੇ ਵੀ ਦੇਸਾਂ ਪ੍ਰਦੇਸਾਂ ਵਿੱਚ ਨਾਮ ਦੇ ਵਪਾਰ ਚੱਲਦੇ ਆ। ਤੂੰ ਬੜੇ ਮਹਿਲ ਬਣਾ ਲਏ ਆ, ਬੜਾ ਧਨ ਇਕੱਠਾ ਕਰ ਲਿਆ, ਮੇਰੇ ਵੀ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਮੇਰੇ ਵੀ ਸੁੱਖਾਂ ਦੇ ਮਹਿਲ ਬੜੇ ਉੱਚੇ ਨੇ ਜਿੰਦੇ ਚ ਸੰਤ ਭਗਤ ਵਾਸਤੇ ਆ। ਇਹ ਗੁਰੂ ਸਾਹਿਬ ਨੇ ਮਨ ਹਾਲੀ ਕਿਰਸਾਣੀ ਕਰਨੀ ਵਾਲਾ ਸ਼ਬਦ ਲਿਖਿਆ, ਪਹਿਲੋਂ ਜ਼ਿਮੀਂਦਾਰੇ ਤੇ ਕਿਰਸਾਣੀ ਤੇ ਫਿਰ ਹੱਟੀ ਵਾਲੇ ਵਾਂਗੂ ਕਰ ਲਾ। ਤੂੰ ਜੇ ਹੱਟੀ ਪਾਉਣੀ ਹੈ, ਨਾਮ ਦਾ ਸੌਦਾ ਵੇਚਣਾ, ਤੇ ਉਹਦੇ ਵਾਂਗੂ ਚੱਲ ਫਿਰ ਜਿਵੇਂ ਹੱਟੀ ਵਾਲਾ ਚੱਲਦਾ ਹੈ। ਜੇ ਤੂੰ ਪਰਮੇਸ਼ਰ ਦਾ ਚਾਕਰ ਬਣਨਾ ਹੈ, ਫਿਰ ਉਹਦੇ ਵਰਗਾ ਬਣ। ਬਾਬਾ ਜੀ ਕਹਿੰਦੇ ਭਾਈ ਕੀ ਡਿਊਟੀ ਤੇਰੀ ਮੈਨੇਜਰ ਨੂੰ? ਨਹੀਂ, ਬਾਬਾ ਜੀ ਪੁੱਛਣ ਲੱਗੇ ਤੇਰਾ ਨਿਤਨੇਮ ਕੀ ਹੈ? ਕਹਿੰਦਾ ਜੀ ਨਿਤਨੇਮ ਮੇਰਾ 2.5 ਘੰਟੇ ਦਾ ਹੈ। ਹੁਣ 2.5 ਘੰਟੇ ਪਾਠ ਕਰਕੇ ਬਾਬਾ ਜੀ ਨੂੰ ਪਤਾ ਹੈ ਇਵੇਂ ਥੋੜਾ ਕੋਈ ਫਲ ਮਿਲਣ ਲੱਗੇ ਆ। ਜੇ ਅਸੀਂ ਕੋਈ ਅਸੂਲ, ਕੋਈ ਨੇਮ ਨਿਯਮ, ਕੋਈ ਨਿਤਨੇਮ ਨਹੀਂ ਰੱਖਿਆ। ਬਾਬਾ ਜੀ ਕਹਿੰਦੇ ਸਮਾਂ ਕਿਹੜਾ ਹੈ? ਕਹਿੰਦੇ ਜੀ ਸਮਾਂ ਤਾਂ ਕੋਈ ਵੀ ਨਹੀਂ, ਕਿਤੇ ਸਵੇਰੇ, ਕਦੀ ਫਿਰ ਦੁਪਹਿਰੇ, ਕਦੀ ਰਾਤ ਨੂੰ, ਤਾਂ ਕਰਕੇ ਹੀ ਸੌਂਈਦਾ। ਮਿਲਿਆ ਕੁਝ ਨਹੀਂ ਜੀ। ਸਾਲ ਤਾਂ ਬੜੇ ਹੋ ਗਏ, ਕੋਈ ਸ਼ਾਂਤੀ ਨਹੀਂ, ਕੋਈ ਟਿਕਾਓ ਨਹੀਂ, ਕੋਈ ਸੁਰਤੀ ਬਿਰਤੀ ਨਹੀਂ ਜੁੜੀ। ਕਹਿੰਦੇ ਭਾਈ ਨੌਕਰੀ ਕੀ ਕਰਦਾ? ਬੈਂਕ 'ਚ ਮੈਨੇਜਰ। ਬਾਬਾ ਜੀ ਕਹਿੰਦੇ ਉਹਦੀ ਡਿਊਟੀ ਕਿੰਨੀ ਹੈ ਜੀ? 8 ਘੰਟੇ। ਉਹਦੇ ਕੋਈ ਸਮਾਂ ਹੈਗਾ ਜੀ? ਉਹਦਾ ਪੱਕਾ ਹੀ ਸਮਾਂ ਹੈ, ਪੱਕੇ ਹਿਸਾਬ ਨਾਲ ਛੁੱਟੀਆਂ ਨੇ। ਕਹਿੰਦੇ ਤੂੰ ਆਪਦੀ ਮਰਜ਼ੀ ਨਾਲ ਛੁੱਟੀ ਕਰਨੀ, ਆਪਦੀ ਮਰਜ਼ੀ ਨਾਲ ਨੌਕਰੀ ਦੇ 8 ਘੰਟੇ ਪੂਰੇ ਕਰਨੇ ਆ। ਕਹਿੰਦੇ ਜੀ ਉਹ ਤਾਂ ਫਿਰ ਕੱਢ ਦੇਣਗੇ ਨੌਕਰੀ ਤੋਂ, ਉਹ ਕੱਢ ਦੇਣਗੇ ਜੇ ਤੂੰ ਬਾਬਾ ਜੀ ਕਹਿੰਦੇ ਕਹੇਗਾ ਜਦੋਂ ਸਮਾਂ ਮਿਲਿਆ ਮੈਂ ਨਿਤਨੇਮ ਕਰਾਂਗਾ, ਗੁਰੂ ਵੀ ਕਹੇਗਾ ਤੇਰਾ ਕੰਮ ਕਰਾਂਗਾ ਜ਼ਰੂਰ ਜਦੋਂ ਸਮਾਂ ਮਿਲਿਆ। ਜੇ ਤੇਰਾ ਪੂਰਾ ਨੇਮ ਨਿਯਮ ਪੱਕਾ ਹੈ ਤੇ ਗੁਰੂ ਸਾਹਿਬ ਵੀ ਪੱਕੀਆਂ ਦਾਤਾਂ ਤੇਰੀ ਝੋਲੀ 'ਚ ਪਾਉਣਗੇ। ਤੇਰਾ ਕੋਈ ਸਮਾਂ ਹੀ ਨਹੀਂ। ਉੱਠ ਪਿਆ ਨਾ ਉੱਠਿਆ ਕੋਈ ਗੱਲ ਨਹੀਂ, ਲੇਟ ਹੋ ਗਏ ਨਾ ਉੱਠਿਆ ਨਾ ਕੀਤਾ ਨਿਤਨੇਮ ਕੋਈ ਗੱਲ ਨਹੀਂ। ਦੁਨੀਆ ਦੀਆਂ ਛੁੱਟੀਆਂ ਕੁਤਾਈਆਂ ਨੌਕਰੀ ਵਿੱਚ ਬਹੁਤੀਆਂ ਮਾਫ ਨਹੀਂ ਹੁੰਦੀਆਂ, ਥੋੜੀ ਬਹੁਤੀ ਤਾਂ ਚੱਲ ਜਾਂਦੀ। ਨੌਕਰੀ ਵਿੱਚ ਥੋੜੀ ਬਹੁਤੀ ਗੈਰ ਹਾਜ਼ਰੀ ਕੋਈ ਨਾ ਕੋਈ ਚੱਲ ਜਾਂਦਾ ਹੈ, ਬਹੁਤੀਆਂ ਨਹੀਂ ਚੱਲਦੀਆਂ। ਫਿਰ ਨੌਕਰੀ ਉਹ ਸਸਪੈਂਡ ਕੀਤਾ ਜਾਂਦਾ ਹੈ। ਬਾਬਾ ਜੀ ਕਹਿਣ ਲੱਗੇ ਜਿਵੇਂ ਬੈਂਕ ਦੀ ਡਿਊਟੀ ਦਾ ਤੂੰ ਪੱਕਾ ਏ, ਨੇਮ ਨਿਯਮਾਂ ਦਾ ਪੱਕਾ ਏ ਭਾਈ, ਉਸੇ ਤਰ੍ਹਾਂ ਤੂੰ ਗੁਰੂ ਦੇ ਨਿਤਨੇਮ ਦਾ ਪੱਕਾ ਹੋ ਜਾ ਤੇ ਦੇਖੀ ਸਤਿਗੁਰੂ ਸਭ ਕੁਝ ਹੀ ਦੇਣਗੇ, ਬੜੀਆਂ ਬਖਸ਼ਿਸ਼ਾਂ ਦੇਣਗੇ, ਬਹੁਤ ਕਿਰਪਾ ਕਰਨਗੇ, ਬੜੀਆਂ ਝੋਲੀਆਂ ਭਰਨਗੇ। ਪਰ ਤੇਰਾ ਜਿਹੜਾ ਪਾਠ ਕਰਨ ਦਾ ਢੰਗ ਹੈ ਨਾ, ਉਹਦਾ ਕੋਈ ਨੇਮ ਨਿਯਮ ਨਹੀਂ ਵੀ ਮੇਰਾ ਪੱਕਾ ਸਮਾਂ ਅੰਮ੍ਰਿਤ ਵੇਲੇ ਦਾ ਹੈ। ਫਿਰ ਉਹਦੇ 'ਚ ਕੋਈ ਧਿਆਨ ਤੇ ਇਕਾਗਰਤਾ ਨਹੀਂ,
कि गुरु नाल मन जोड़ना है। गंदे तो गंदे फुरने भी तेरे नितनेम च बनी जाते हैं, तू बनाई जाना है। ध्यान थां थां भड़किया फिरदा है, तेनू कोई परवाह नहीं। बाबा जी ने की आख्या सी नवाब नू, काजी नू, मौलवी नू सुल्तानपुर च नमाज पढ़न लगे, सगों उन्हां दी नमाज ते हस पे सी भी ये की करदे पे। तेरे हथ विच गुटका है सुखमनी साहब दा, चित तेरा कम च ही दौड़िया फिरदा, इंदे तो लैने इंदे देने, इत्थे आ करना इत्थे आ करना। किते तू पाठ करदा लड़ाइयां कर रहा, किते तू झगड़े कर रहा, किते कलेश पाई बैठा है। गुरु ते नहीं सिट सकदा सब कुछ, किते चिंता ही करी जाना। ये जे रोटी भी ढंग नाल बनदी है, गड्डी भी ढंग नाल रोड ते चलदी है, अखां बंद करके नहीं चलदी, सावधानी है, नहीं तो एक्सीडेंट है। आपदी भगती दा भी मार्ग सही कर। गुरु ग्रंथ साहिब जी गुरु होण, संगत महापुरुषां दी होवे, ये बड़ी जरूरी है। अधूरा रहिंदा बंदा, साध संगत तो बगैर गल बनती नहीं। किन्ने पाठ कर लो, किन्ने तीर्थ कर लो, किन्ना कोई कर लो, जदों गल बनेगी सारिया चीज़ों का फल मिलेगा तो साध संगत दे राही मिलेगा। परमेश्वर ने, परमात्मा ने गुरु सामने ड्यूटियां लाइया ने। संत भगत महापुरुष संसार विच पैदा कीते आ नाम जपण जपाउण वास्ते। बाबा जी ने उस मैनेजर नूं जदों पूरे नियम समझाए ना, तो पूरी मर्यादा ते चलिया, ते जेड़े बैंक का नौकर सी ना, उसे बैंक का मालक बन गया। आखो सी सारी बैंक उनके अंडर ही चलती सी। सरदार इंद्रजीत सिंह जी पंजाब एंड सिंध बैंक के चेयरमैन, फिर अपना रिटायर होके अपना बैंक खोलता, पर सवेर का 2.5 घंटे नितनेम नहीं छड्डिया, गुरु ग्रंथ साहिब का पल्ला नहीं छड्डिया, ते गुरसिखां धर्मियां दा महापुरखां दा सत्कार नहीं छड्डिया। जिन्नू भी बैंक च रखिया उन्होंने वेख्या तू सिख है, जे सिखी च पूरा है तो तेनू रखांगे, जे तू मुसलमान है तो मुसलमान के धर्म च पूरा। साडी गुरुआं ने नफरत नहीं सिखाई सानू। असी जिवें आपदे सिख धर्म नूं मनदे हां, उवें मुसलमान नूं मुसलमानी इस्लाम धर्म विच चलदा ते असी उवें ही सत्कार करदे हां। हिंदू अपने धर्म विच पूरा है ते असी उस हिंदू का भी सत्कार उवें ही करदे। साडे गुरुआं दा हुक्म है कि जेड़ा अपने अपने धर्म ते पूरा विश्वास, पूरी मर्यादा का पालन करता है, उनका साडे मनां च सत्कार है। कोई बोले राम राम, कोई खुदाए, कोई सेवे गुसैयां, कोई अलाए, जिवें मर्जी कोई चले। सानू असी नाम जपण वाले, रब दे धर्म विच चलण वाले धर्मियां दा सत्कार करदे आ, साडे गुरुआं ने सिखाया। इस तरह करके लाए चित कर चाकरी, मन नाम कर कम, बन बदियां कर धावनी, ताको आखे धन, नानक वेखे नदर कर चढ़े चुवगण मन। कहते जिवें तू नौकरी की तेन बड़ी तनख्वाह मिली, चित ला के की है ना, मन नाल तू नौकरी च काम करता रहा है। इस तरह गुरु नानक दे घर दी नौकरी कर, चित ला के कर, पूरे टाइम टेबल का पालन कर, चित ला के कर, मन नाल कर, ते सारी उम्र करनी। 58 साल तक, 60 साल तक नौकरी। जदों तू 60 साल तक नौकरी करेगा,
नेम नियम पालेगा, पूरी तेरी नौकरी पूरी होएगी, तेनू घर बैठे नू तनख्वाह मिलेगी, पेंशन मिलेगी, तू घर बैठा रज के खाएगा। तेरे पुत भी तनख्वाहां नौकरियां ते पहुंच जाएंगे, तू पुत्रां नू ही पढ़ा लेगा। एक चाकर ने चाकरी दुनिया दी कीती, कोई टीचर है, कोई पुलिस विच है, कोई बैंक विच है, कोई किते सरकारी नौकरी नू हर कोई भजदा हथ पाउंदा है। चाकरी कीती मन करके कीती, चित ला के कीती, कोठियां बना लियां, घर दे खर्चे कढ़ ले, रिटायर होण लग्या उन्होंने पैसा भी मिलिया, इन्ने लखां रुपया तेरा भाई जमा होया पे लै जा, जिथे मर्जी तू सैट हो जा। जे तू रब दी चाकरी इवें करेगा ना चाकर वांगू, ते परमेश्वर तेनू खर्चा भी खुला देवेगा, तेरी रास भी जमा रखेगा गुरु। जदों तू इस दुनिया तो मुक्त होके जाएगा ना, उस समय गुरु साहब तेनू पूंजी नाल देणगे, आ लै अगले जन्म भी तेरे सुखी, इत्थे ये लोक सुखीए परलोक सहेले, नानक हर प्रभ आपे मेले। गुरु साहब कहते बहुता सानू दसन दी लोड़ नहीं, तू नौकर वांगू गुरु दी नौकरी कर। जन्म नहीं मिलती तेनू, तेरा इत्थों दा कीता अगले जन्म नहीं। जेड़ा तू महापुरुषां नाल बीजिया वह जरूर मिले। लाए चित कर चाकरी, मन नाम कर कम, बन बदियां कर धामनी, तो ताको आखे धन, नानक वेखे नदर कर चढ़े चवगण वन। गुरु ने कृपा की, तेनू बड़ी वधिया नौकरी मिल गई, पर दुनिया दे विच तू आपदे नौकरी दे सदका आपदी घर वाली नूं भी नौकरी ला लिया, दो अपने बच्चियां नूं भी ला लिया। जिवें तेरे उधर 4 गुणा नौकरी फल गई है ना, इस तरह गुरु नानक दे घर विच भी 4 गुणा तेरी चाकरी फड़ेगी। सेवा करदा तेरे बच्चियां ते भी कृपा होएगी, घर वाली ते भी होएगी, तेनू गुरमुख परिवार मिलणगे। चाहे धी दा विआह कर, चाहे पुत दा कर, जेड़े संजोगी मिलणगे चंगे मिलणगे। 4 गुणा फल होएगा, तेनू फल मिलना है, तेरी घरवाली नूं मिलना है, तेरे बच्चियां नूं मिलना है, बच्चियां नाल जिधर रिश्तेदार होने आ वो संयोग चंगे मिलने, औलाद चंगी मिलनी, ये उन्हां नूं मिलदी है जेड़े गुरु नानक दे घर दे सच्चे चाकर बनदे आ। नानक वेखे नदर कर चढ़े चवगण वन, पढ़ लोखी मजल फकीरां वाली, ये मिलदी है मर मर के। औखी मजल फकीरां वाली, मिलदी है मर मर के। औखी मजल फकीरां वाली, मिलदी है मर मर के। औखी मजल फकीरां वाली, मिलदी है मर मर के। औखी मजल फकीरां वाली, मिलदी है मर मर के। मिलदी है मर मर के, मिल
मिलदी है मर मर के, मिलदी है मर मर के, मिलदी है मर मर के। मिलदी है मर मर के, मिलदी है मर मर के, मिलदी है मर मर के, मिलदी है मर मर के। जियो की मंजिल फकीरा वाली, मिलदी है मर मर के। औखी मंजिल फकीरा वाली, मिलदी है मर मर के। की मंजिल फकीरा वाली, मिलदी है मर मर के। औखी मंजिल फकीरा वाली, मिलदी है मर मर के। ਗੁਰੂ ਨਾਨਕ ਦੇ ਘਰ ਦੀ ਸੇਵਾ, ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇ। ਐਵੇਂ ਗੱਲ ਨਹੀਂ ਬਣਨੀ, ਜੁਗਤੀ ਮਹਾਂਪੁਰਸ਼ਾਂ ਕੋਲ ਪੁੱਛ। ਗਿਆਨ ਵਿੱਚ ਕਮਾਈਏ ਪੂਛ ਜਣਾ। ਜੇ ਤੂੰ ਰੱਬ ਦਾ ਗਿਆਨ ਕਮਾਉਣਾ ਹੈ ਤੇ ਗਿਆਨੀਆਂ ਤੋਂ, ਰੱਬ ਦੇ ਗਿਆਨੀਆਂ ਤੋਂ ਪੁੱਛ ਕੇ ਕਮਾ ਕਿ ਤੁਹਾਨੂੰ ਕਿਵੇਂ ਮਿਲਿਆ, ਤੁਸੀਂ ਕਿਵੇਂ ਪਾਇਆ। ਇੱਕ ਮਹਾਂਪੁਰਸ਼ ਨੂੰ ਪੁੱਛੋ ਤੁਸੀਂ ਗੁਰੂ ਘਰ ਵਿੱਚ ਕਿਵੇਂ ਮਰਾਤਬਾ ਪਾਇਆ ਹੈ। ਸਾਨੂੰ ਵੀ ਸੰਗਤ ਨੇ ਮਰਾਤਬਾ ਦਿੱਤਾ, ਅਸੀਂ ਪ੍ਰਬੰਧਕ ਹਾਂ, ਤੁਹਾਡਾ ਇੰਨਾ ਸਤਿਕਾਰ ਕਿਉਂ ਹੈ। SGPC ਦੇ ਪ੍ਰਧਾਨ ਸੀ, ਕਹਿੰਦੇ ਵੀ ਆ ਸੰਤ ਕਾਰ ਸੇਵਾ ਚਲਾਉਂਦੇ ਆ ਤੇ ਆਪਾਂ ਨਹੀਂ ਚਲਾ ਸਕਦੇ, ਇਹਨਾਂ ਦੀ ਕੋਈ ਫੈਕਟਰੀਆਂ ਨਹੀਂ, ਇਹ ਸੰਗਤ ਵਾਲੀ ਮਾਇਆ ਹੀ ਲੈਂਦੇ ਆ ਤੇ ਆਪਾਂ ਵੀ ਸੰਗਤ ਤੋਂ ਲੈ ਕੇ ਆਪਾਂ ਨਹੀਂ ਚਲਾ ਸਕਦੇ। ਕਹਿੰਦੇ ਵੀ ਹੁਣ ਕਿਸੇ ਸੰਤ ਨੂੰ ਕਾਰ ਸੇਵਾ ਨਹੀਂ ਦੇਣੀ। ਅੰਮ੍ਰਿਤਸਰ ਜਿਹੜਾ ਵੀ ਕੰਮ ਹੋਏਗਾ ਸ਼੍ਰੋਮਣੀ ਕਮੇਟੀ ਆਪ ਕਰਾਏਗੀ। ਪੱਥਰ ਲਵਾਉਣਾ ਹੈ, ਕੋਈ ਡਿਓੜੀ ਬਣਾਉਣੀ ਹੈ, ਕੋਈ ਵੀ ਕਰਨਾ ਹੈ। ਮਹਾਂਪੁਰਸ਼ਾਂ ਦੇ ਨਾਲ ਸਾਰੇ ਸੇਵਾਦਾਰ ਸੀ, ਭਾਵਨਾ ਨਾਲ ਸੇਵਾ ਕਰਨ ਵਾਲੇ। ਕਮੇਟੀ ਦੇ ਨਾਲ ਸਾਰੇ ਮੁਲਾਜ਼ਮ ਸੀ, ਪਰ ਉਹਨਾਂ ਦਾ ਕੋਈ ਕਾਮਯਾਬ ਨਾ ਹੋਇਆ, ਨਾ ਪੱਥਰ ਲਾਉਣਾ, ਨਾ ਡਿਓੜੀਆਂ ਵਿੱਚ ਰੋਗੀਆਂ। ਜਿਹੜੇ ਜਿਹੜੇ ਕੰਮ ਉਹਨਾਂ ਨੇ ਵਿੱਢੇ, ਸਾਰੇ ਕੰਮ 'ਚ ਬੜੇ ਦੁਖੀ ਹੋ ਗਏ। ਕਹਿੰਦੇ ਬਸ ਆਪਾਂ ਤਾਂ ਹੈਗੇ ਆ ਪ੍ਰਬੰਧਕ ਕਮੇਟੀ, ਆਪਾਂ ਪ੍ਰਬੰਧਕ ਹੀ ਕਰ ਸਕਦੇ ਆ, ਇਹ ਕੰਮ ਸੰਤਾਂ ਨੂੰ ਹੀ ਫੱਬਦਾ ਹੈ, ਉਹਨਾਂ ਨੂੰ ਦਿਓ ਕਾਰ ਸੇਵਾ। ਇਹ ਮਹਾਂਪੁਰਖਾਂ ਨੂੰ ਫੱਬਦਾ। ਉਹਨਾਂ ਨੇ ਸੇਵਾ ਨਾਲ ਨਾਮ ਹੀ ਜਪਣਾ ਜਪਾਉਣਾ ਹੈ, ਸੇਵਾ ਕਰਨੀ। ਤੇ ਉਹਨਾਂ ਨੂੰ ਪਤਾ ਵੀ ਸੇਵਾ ਨਾਮ ਤੋਂ ਬਗੈਰ ਸੇਵਾ ਕਿਸੇ ਕੰਮ ਦੀ ਨਹੀਂ। ਨਾਮ ਨਹੀਂ ਜਪਦੇ ਅਸੀਂ ਤੇ ਮਾਇਆ ਵੀ ਕਿਸੇ ਕੰਮ ਦੀ ਨਹੀਂ। ਨਾਮ ਨਹੀਂ ਜਪਦੇ ਤੇ ਸਾਡੀ ਜਿਹੜੀ ਗੁਰੂ ਘਰ ਦੇ ਪ੍ਰਬੰਧਕ ਹੈ ਕਿਸੇ ਕੰਮ ਦੀ ਨਹੀਂ। ਜਿਹੜੇ ਜਪਦੇ ਆ ਉਹੀ ਸਾਰਿਆਂ ਨੂੰ ਕਿਹਾ ਵੀ ਤੇਰੇ, ਜੇ ਤੁਸੀਂ ਜਪਦੇ ਜੇ ਨਾ, ਆ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ। ਗੁਰੂ ਸਾਹਿਬ ਕਹਿੰਦੇ ਤੁਸੀਂ ਗ੍ਰਸਤੀ ਜੇ, ਮਾਇਆ ਤੁਹਾਡੇ ਕੋਲ ਕੋਠੀਆਂ ਪੜੇ ਮੁੜ ਤੋਂ ਲੈ। ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਕਹਿੰਦੇ ਉਹ ਰੱਜ ਕੇ ਖਾਣ, ਵਧੀਆ ਕੱਪੜੇ ਪਹਿਨਣ, ਸੋਹਣੀਆਂ ਕੋਠੀਆਂ ਬਣਾਉਣ, ਚੰਗੀਆਂ ਕਾਰਾਂ ਰੱਖਣ, ਉਹਨਾਂ ਦੇ ਪਵਿੱਤਰ ਨੇ। ਕਾਰਾਂ ਵੀ ਪਵਿੱਤਰ ਏ, ਕੋਠੀਆਂ ਵੀ ਪਵਿੱਤਰ ਏ, ਉਹਨਾਂ ਦੇ ਬਸਤਰ ਪਾਏ ਹੋਏ ਵੀ ਪਵਿੱਤਰ ਨੇ, ਜੇ ਉਹ ਨਾਮ ਜਪਦੇ ਆ। ਆਖੋ ਸੀ
ਵਾਹਿਗੁਰੂ ਜੇ ਗ੍ਰਸਤੀ ਜ਼ਮੀਨਾਂ ਦਾ ਮਾਲਕ ਹੈ, ਫਾਰਮਾਂ ਦਾ ਮਾਲਕ ਹੈ, ਸ਼ੋਰੂਮਾਂ ਦਾ ਮਾਲਕ ਹੈ, ਸਾਰਾ ਕੁਝ ਗ੍ਰਸਤੀ ਦੇ ਕੋਲ, ਇਹਦਾ ਸਾਰਾ ਹੀ ਪਵਿੱਤਰ ਹੈ ਜੇਕਰ ਇਹ ਨਾਮ ਜਪਦੇ ਆ। ਐਵੇਂ ਨਹੀਂ, ਐਵੇਂ ਤਾਂ ਜ਼ਹਿਰ ਹੈ। ਵੇਖ ਇਹ ਤਾਂ ਵਿਗਾੜਦੀ ਜਾਂਦੀ ਤੇਰੀ ਕੁੱਲ ਨੂੰ ਤੇ ਤੈਨੂੰ ਵੀ, ਇਹ ਪਾਪ ਕਰਾਉਂਦੀ। ਸਭ ਤੋਂ ਪਹਿਲਾਂ ਇਹ ਕਿ ਤੇਰੀਆਂ ਕੋਠੀਆਂ ਕਾਰਾਂ ਮਹਿਲ, ਤੇਰੇ ਸੁੱਖ, ਤੇਰੇ ਪਦਾਰਥ, ਤੇਰੀਆਂ ਲੀਡਰੀਆਂ, ਸਿਆਸਤਦਾਨ ਬਣ ਕੇ ਵੀ ਰਹੇ ਭਾਵੇਂ, ਪਰ ਤੇਰਾ ਨੇਮ ਨਿਯਮ ਮਰਜ਼ਾਦਾ ਗੁਰੂ ਸਾਹਿਬ ਦਾ ਨਾਮ ਜਪਣਾ ਤੇਰੇ ਪੱਲੇ ਹੋਵੇ, ਤੂੰ ਮਾਰ ਨਹੀਂ ਖਾਏਗਾ, ਤੇਰੀ ਹਾਰ ਨਹੀਂ ਹੋਏਗੀ। ਹਾਰ ਹੁੰਦੀ ਨਾਮ ਤੋਂ ਬਗੈਰ। ਹੁਣ ਅੱਗੇ ਸੁਣ ਲਓ ਗੁਰੂ ਸਾਹਿਬ ਦਾ। ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ। ਜਿਸ ਘਰ ਦੇ ਵਿੱਚ ਮਹਿਲਾਂ 'ਚ ਸਰਾਵਾਂ 'ਚ ਸੇਵਕ ਆਉਂਦੇ ਆ, ਸਾਧੂ ਆਉਂਦੇ ਆ, ਪਾਠ ਪੂਜਾ ਹੁੰਦੇ ਆ ਘਰ ਵਿੱਚ, ਜੇ ਕੋਈ ਮੰਗਤਾ ਆਉਂਦਾ ਉਹ ਵੀ ਉਸ ਘਰ 'ਚੋਂ ਕੋਈ ਨਾ ਕੋਈ ਲੈ ਕੇ ਜਾਂਦਾ ਹੈ। ਅਭਿਆਗਤ ਵੀ, ਸਿੱਖ ਵੀ, ਸਾਧ ਸੰਤ ਵੀ, ਜਿਹੜੇ ਉਹ ਘਰ ਵਿੱਚ ਜਾਂਦੇ ਆ ਨਾ, ਤੇਰੇ ਫਿਰ ਮਹਿਲ ਸਰਾਵਾਂ ਸਾਰੀਆਂ ਪਵਿੱਤਰ ਨੇ, ਮੱਥਾ ਟੇਕਣ ਯੋਗ ਨੇ। ਆਖੋ ਸ੍ਰੀ ਵਾਹਿਗੁਰੂ। ਜੇ ਮਹਾਂਪੁਰਸ਼ ਸਿੱਖ ਸਾਧ ਸੰਗਤ ਸੁਖਮਨੀ ਦਾ ਪਾਠ ਕਰੇ, ਸੁਸਾਇਟੀ ਗੁਰਸਿੱਖ ਆਉਣ ਤੇਰੇ ਨਾਲ ਬੈਠਣ, ਮਹਾਂਪੁਰਖ ਸਾਧੂ ਆਉਣ, ਕੋਈ ਗਰੀਬ ਆਵੇ ਲੈ ਕੇ ਜਾਏ, ਤੇ ਤੇਰੇ ਘਰ ਨੂੰ ਵਰਨ, ਤੇ ਤੇਰਾ ਘਰ ਹੀ ਗੁਰੂ ਦਾ ਘਰ ਹੈ। ਭਾਵੇਂ ਨਹੀਂ ਵੀ ਤੂੰ ਗੁਰੂ ਘਰ ਜਾਂਦਾ, ਤੇਰੇ ਘਰ ਵਿੱਚ ਹੀ ਗੁਰੂ ਆ ਗਿਆ। ਆਖੋ ਸ੍ਰੀ ਵਾਹਿਗੁਰੂ। ਬਣ ਗਏ ਨਾ ਮਹਿਲ ਸਾਹਿਬ, ਜਿੱਥੇ ਮਹਿਲ ਬਣ ਗਏ ਨਾ ਜਨਮ ਸਥਾਨ, ਜਿੱਥੇ ਜਨਮ ਹੋਏ ਗੁਰੂਆਂ ਨਾਮ ਜਪਣ ਵਾਲਿਆਂ ਦੇ, ਬਣ ਗਏ ਨਾ ਉਹਨਾਂ ਦੇ ਅੰਤਮ ਸਥਾਨ, ਜਿੱਥੇ ਉਹ ਦਰਗਾਹ ਨੂੰ ਗਏ, ਉਹ ਪਵਿੱਤਰ ਬਣ ਗਏ, ਉਹ ਮੰਨਣ ਯੋਗ ਹੋ ਗਏ। ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨੇ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ। ਤੇਰੇ ਕਾਰਾਂ ਤੇ, ਤੇਰੀਆਂ ਜਹਾਜ਼ਾਂ ਤੇ, ਤੇਰੀਆਂ ਬੱਸਾਂ ਤੇ ਜੇਕਰ ਸਾਧੂ ਸੰਤ ਮਹਾਂਪੁਰਸ਼ ਚੜ ਕੇ ਜਾਂਦੇ ਆ ਨਾ, ਤੇ ਉਹ ਭਾਈ ਉਹ ਵੀ ਪਵਿੱਤਰ ਨੇ। ਜੇ ਕਿਸੇ ਸਾਧੂ ਸੰਤ ਗੁਰਸਿੱਖਾਂ ਮਹਾਂਪੁਰਖਾਂ ਦੇ ਕੰਮ ਨਹੀਂ ਨਾ ਤੇਰੀਆਂ ਗੱਡੀਆਂ ਆਉਂਦੀਆਂ, ਤੇ ਇਹਨਾਂ ਨੂੰ ਸਰਾਪ ਹੈ। ਜੇ ਕਿਸੇ ਸਾਧੂ ਸੰਤ ਮਹਾਂਪੁਰਸ਼ਾਂ ਦੇ ਗੁਰਸਿੱਖ ਸੰਗਤ ਛੱਡਣ ਵਾਸਤੇ, ਗੁਰੂ ਸਾਹਿਬ ਨੂੰ ਬਿਠਾ ਕੇ ਲਿਜਾਣ ਵਾਸਤੇ ਇਹ ਗੱਡੀਆਂ ਵਿੱਚ ਚਰਨ ਪੈਂਦੇ ਨੇ ਗੁਰਸਿੱਖਾਂ ਮਹਾਂਪੁਰਸ਼ਾਂ ਦੇ, ਸਾਧੂਆਂ ਦੇ, ਤੇ ਪਿਆਰਿਆ ਤੇਰੀਆਂ ਕਾਰਾਂ, ਤੇਰੇ ਜਹਾਜ਼, ਤੇਰੀਆਂ ਟਰੱਕ, ਟਰਾਂਸਪੋਰਟਾਂ ਸਾਰੀਆਂ ਚੱਲਦੀਆਂ ਰਹਿਣਗੀਆਂ ਤੇ ਵੱਧਦੀਆਂ ਰਹਿਣਗੀਆਂ। ਜੇ ਇਹਨਾਂ 'ਚੋਂ ਮਹਾਂਪੁਰਸ਼ ਨਿਕਲ ਜਾਣ, ਗੁਰਸਿੱਖ ਨਿਕਲ ਜਾਣ, ਗੁਰੂ ਦੇ ਪਿਆਰੇ ਨਿਕਲ ਜਾਣ, ਤੇ ਗੁਰਬਾਣੀ ਦੀਆਂ ਕੈਸਟਾਂ ਨਿਕਲ ਜਾਣਗੀਆਂ, ਟਰਾਂਸਪੋਰਟਾਂ ਤੇਰੇ ਵਾਸਤੇ ਬੋਝ ਬਣ ਜਾਣਗੀਆਂ, ਗੱਡੀਆਂ ਬੋਝ ਬਣ ਜਾਣਗੀਆਂ, ਜਹਾਜ਼ ਤੇ ਜਹਾਜ਼ ਦੀ ਤੇਰੀ ਏਅਰਲਾਈਨ ਹੀ ਵਿਕ ਜਾਏਗੀ। ਇਹ ਸਾਧੂ ਸੰਤਾਂ ਮਹਾਂਪੁਰਖ ਜੇ ਚਰਨ ਪੈਣਗੇ ਤੇ ਤੂੰ ਵਸਦਾ ਰਹੇਗਾ। ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ। ਜਿਹੜੇ ਰੱਬ ਦਾ ਨਾਮ ਬੋਲਦੇ ਆ ਨਾ, ਜਿਹੜੇ ਬੋਲਦੇ ਆ ਸਤਿ ਸ੍ਰੀ ਅਕਾਲ, ਜਿਹੜੇ ਬੋਲਦੇ ਆ ਸਤਿਨਾਮ, ਜਿਹੜੇ ਗੁਰੂ ਦੀ ਫਤਿਹ ਬਣਾਉਂਦੇ ਆ, ਜਿਹੜੇ ਗੁਰੂ ਦੇ ਬਣ ਕੇ ਰਹਿੰਦੇ ਆ, ਜਿਹੜੇ ਰਾਮ ਨਾਮ ਨੂੰ ਸਤ ਆਖਦੇ ਆ, ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਕਰਮ ਧਰਮ ਕਾਰਜ ਸਾਰੇ ਪਵਿੱਤਰ ਨੇ। ਨਹੀਂ ਤਾਂ ਕਰਮ ਧਰਮ ਖਾਲੀ ਚਲੇ ਜਾਂਦੇ ਆ। ਜਮ ਜਗਾਤੀ ਲੂਟੇ ਨਿਰਵਾਣ ਕਰਤ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਗੁਰਸਿੱਖਾਂ ਦਾ ਮਾਣ ਸਨਮਾਨ, ਗੁਰੂ ਦੇ ਬਾਣੀ ਦਾ ਮਾਣ ਸਨਮਾਨ, ਬਾਣੀ ਪੜ੍ਹਨ ਵਾਲੇ ਦਾ ਮਾਣ ਸਨਮਾਨ, ਫਕੀਰਾਂ ਦਾ ਹਿਰਦੇ 'ਚੋਂ ਮੰਨਣ ਵਾਲਿਆਂ ਦਾ ਮਾਣ ਸਤਿਕਾਰ, ਤੂੰ ਸਾਧ ਸੰਗਤ ਨਾਲ ਜੁੜਿਆ ਰਹੇ ਤੇ ਭਾਈ ਤੇਰੇ ਸਾਰੇ ਸੁੱਖ ਨੇ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਡੀਆਂ ਗੱਡੀਆਂ ਕਾਰਾਂ ਜਿੰਨੀਆਂ ਵੀ ਚੱਲਣ ਵਾਲੇ ਟਰੈਕਟਰ ਟਰੱਕ, ਜੇਕਰ ਗੁਰੂ ਘਰ ਦੀ ਸੇਵਾ ਵਿੱਚ ਕਿਤੇ ਕੰਮ ਆ ਜਾਣ ਤੇ ਸਫਲੇ ਨੇ।
एक गुरु साहब का सिख सी माछीवाड़े च, जिन्हें एक घोड़ी लियांदी सी बड़ी वधिया सी ते बड़ी कीमती सी, बड़ी दूरों कावड़ कंधार चो लैके आया। गुरु गोबिंद सिंह जी नूं पता सी भी साडे सिख कोल घोड़ी है ते बड़ी फुर्तीली है ते बड़ी कमाल दी। महाराज फिर उन्होंने कहते भी सानू आपदी घोड़ी दे दे, भी साडे मगर सरकार लगी हुई है, साडी टक्कर जुल्म दे नाल जालमां नाल है ते असीं हुण निकलना है छेती माछीवाड़े च। उन्हें कहा भी जे मैं घोड़ी देती तो मेरी तो घोड़ी गई, इन्हां दे मगर तां ऐसम के जिहड़ी मुगल सरकार है वो लगी हुई है। मेरी घोड़ी वर्गी घोड़ी मिल नहीं सकती कितों, पर उन्हें ये नहीं वेख्या कि गुरु गोबिंद सिंह नहीं मिल सकते, घोड़ियां तो मिल सकदियां। कहता जी दूसरी लै जाओ, वो मेरा जवाई लै गया। गुरु साहब कहते दूजी साडा भार झल ही नहीं सकती, वो साडे नाल नहीं चल सकती। इधर एक पासे मुगल सरकार, एक पासे साडी टक्कर लगी ते सानू तो घोड़ी उही चाहिए, असीं होर उड़ीक कर लैंदे आ, तेरा जवाई आ जाएगा। कहता जी उनका कोई पता नहीं, उन्हें नहीं होना, छेती नहीं होना, तुसी दूसरी लै जाओ। दूजी महाराज कहते साड़ी मार नहीं चल सकती गुलाबिया, तू वेख ला किहड़े गुरुआं तो लैके तू संगत करदा आ रही है, ते सानू घोड़ी दे दे, हुण बहुते बहाने ना ला। कहंदा महाराज तुहाडे कोल लाउणे सी, झूठ बोल गया। सतगुरां ने कहा भी चलो हुण घोड़ियां नहीं, संगी साथी कोई अज काम नहीं आ रहा, दुख दे विच मुश्किल अत दी बन गई है। सारा परिवार खेरू खेरू ये शहीदियां पा गया सिंह, असी कल्ले दो सिंघां दे नाल रह गए। अज साडा कोई संगी साथ नहीं दे रहा। हे अकाल पुरख तेरा ही साथ है, तू अपनी दरगाह चो घोड़े भेज। आखो सी दो मुसलमान पलंग लैके हाजिर हो गए, महाराज साडे पलंग ते बैठो, असी चकांगे मोढियां नाल, दो तुहाडे सिख है। नहीं कोई घोड़ी मिलती, असी घोड़ियां हुंदियां महाराज हाथ तुहाडे तो वार दिंदे, घोड़े होंदे तुहाडे तो वार दिंदे, तुहाडे तो वड्डी चीज किहड़ी है। पर असी तुसी खुदा जे, असी भावें दूसरे धर्म दे मुसलमान धर्म दे, पर असी तुहानू खुदा देख लिया है, तुहाडे चो खुदा देखिया। तुसी पलंग ते बैठो, दो असी लगांगे, दो तुहाडे सिख, महाराज साडे ही घोड़े बना लो। आखो सी जे वो घोड़े फरतीले किसी नूं नाल नहीं रल देणगे, तुहाडी मेहर होएगी ते सानू भी कोई देख नहीं सकेगा, पछाण नहीं सकेगा। गढ़ी नबी खां ते दया सिंह ते धर्म सिंह चारां ने गुरु साहब दा मंजा चकिया, उच दे पीर बना के उत्ते बिठाया कि महाराज मुसलमान कहते महाराज असी लगांगे नाल। ते गुरु गोबिंद सिंह जी कहते जे मुसलमानों तुसी साडा मंजा चकोगे ते असी उस मंजे ते तुहाडे पीर बन के बैठांगे। आखो सी कलगीधर पातशाह गुर सिखां दे सिर दे ताज, गरीब नवाज अज मुसलमानां दे पलंग ते बह के उच दे पीर बन गए। आखो सी पीर बन के जा रहे ने, मुसलमानां दे वास्ते पीर, सिखां वास्ते गुरु। ते सतगुरां ने बहुत रहमतां बख्शीशां दित्तियां। वो घरे जाके गया कि मैं देखना घोड़ी सही सलामत। जदों अंदर गया ते घोड़ी भी मर चुकी सी। आखो सप लड़ के। एहो जिहा जहरीला सप साडे दुश्मन, सानू दुख देण वाले साडे चारे पासे नेड़े ही ने, ज्यादा दूर नहीं। वो कहंदे तू गुरु तो पिछे हट, तू नितनेम छड्ड, तू सेवा छड्ड ते देखी फिर असीं तेनू कित्थों तक तेरा जलूस कढ दे। असीं बदले लैणे आ, साडे कर्मां ने साडे बदले लैणे आ।
ਜਿਨ੍ਹਾਂ ਦੇ ਪਾਪ ਅਸੀਂ ਬੀਜੇ ਉਹ ਸਾਡੇ ਫਿਰਦੇ ਨੇ ਚਾਰੇ ਪਾਸੇ। ਰੱਬ ਤੋਂ ਮੂੰਹ ਮੋੜ। ਜੇ ਤੈਨੂੰ ਨਾ ਘੇਰ ਲਿਆ, ਤੇਰੇ ਕੰਮ ਨੂੰ ਨਾ ਘੇਰ ਲਿਆ, ਤੈਨੂੰ ਨਾ ਘੇਰ ਲਿਆ, ਵੇਖੀ ਤੇਰੇ ਕਿੱਥੇ ਕਿੱਥੇ ਜਿੱਥੇ ਜਾਏਗਾ ਨਿਰਾਸ਼ਤਾ ਹੈ। ਜੇ ਗੁਰੂ ਨਹੀਂ ਵਿਸਰਿਆ ਕੋਈ ਪਰਵਾਹ ਨਹੀਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਕੋਈ ਮੁਸ਼ੰਦਗੀ ਨਹੀਂ ਆ ਜੇ ਜਿਹੜਾ ਪਹਾੜ ਪਾ ਪਾਉਣਾ ਹੈ। ਲਾਲੇ ਮੱਥਾ ਜਿਹਨੇ ਸਾਡੇ ਨਾਲ ਲਾਉਣਾ, ਸਾਡਾ ਗੁਰੂ ਸਾਡੇ ਨਾਲ ਹੈ। ਜਿਸ ਦਾ ਸਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਗੁਰੂ ਤੋਂ ਪਾਸੇ ਹਟ, ਸਾਰੇ ਨੇੜੇ ਆ ਜਾਣਗੇ। ਗੁਰੂ ਦੇ ਨੇੜੇ ਢੁੱਕ ਜਾ, ਤੇਰੇ ਸਾਰੇ ਦੁੱਖ ਮੁਸੀਬਤਾਂ ਭੱਜੇ ਜਾਣਗੇ। ਉਹਨਾਂ ਨੂੰ ਰਾਹ ਨਹੀਂ ਲੱਭਣਾ। ਦੁੱਖ ਨਾਠੇ ਨਸ ਕੇ ਨਿਕਲਣਗੇ ਦੁੱਖ ਤੇਰੇ ਤੇ। ਤੇਰੀਆਂ ਤਕਲੀਫਾਂ ਭੱਜ ਕੇ ਨਿਕਲ ਗਿਆ ਤੂੰ ਗੁਰੂ ਦੇ ਨੇੜੇ ਤਾਂ ਹੋ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਮੇਰਾ ਗੁਰੂ ਮੈਨੂੰ ਮਿਲ ਗਿਆ ਏ, ਉਹ ਮੇਰੀ ਬਿਮਾਰੀਓ ਮੇਰੇ ਦੁੱਖੋ ਕਲੇਸ਼ੋਂ ਭੱਜ ਜਾਵੋ। ਹੁਣ ਇਥੋਂ ਨਿਕਲ ਜਾਓ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਦੂਤੇ ਦੇਣ ਭਇਆ ਗੋਬਿੰਦ ਪ੍ਰਗਟਾਇਆ। ਜਿਹੜੇ ਦੁਸ਼ਟ ਮੇਰੇ ਉਲਟ ਸੀ, ਜਦੋਂ ਮੇਰਾ ਗੁਰੂ ਗੋਬਿੰਦ ਪ੍ਰਗਟ ਹੋਇਆ, ਉਹ ਤਾਂ ਫਿਰ ਉਹਨਾਂ ਨੂੰ ਤਾਂ ਡਰ ਪੈ ਗਿਆ। ਉਹ ਕਹਿੰਦੇ ਲੁਕੀਏ ਕਿੱਥੇ, ਜਾਈਏ ਕਿੱਥੇ। ਅਸੀਂ ਆਪਣੇ ਸਾਹਿਬ ਦੇ ਨਾਲ ਜੁੜ ਕੇ, ਆਪਦੇ ਗੁਰੂ ਦੇ ਨਾਲ ਜੁੜ ਕੇ ਰਹਿਣਾ ਹੈ। ਸਾਡੀਆਂ ਮੁਸ਼ਕਲਾਂ ਸਾਰੀਆਂ ਪਰੇ ਰਹਿਣਗੀਆਂ, ਹਟੀਆਂ ਰਹਿਣਗੀਆਂ। ਜੇ ਅਸੀਂ ਗੁਰੂ ਤੋਂ ਪਿੱਛੇ ਹੋ ਗਏ, ਤੂੰ ਵਿਸਰੇ ਤਾਂ ਸਭ ਕੋ ਲਾਗੂ। ਜੇ ਤੂੰ ਵਿਸਰ ਜਾਏ ਤੇ ਸਾਰੇ ਮੇਰੇ ਦੁਸ਼ਮਣੀ ਨੇ। ਜੇ ਤੂੰ ਮੇਰੇ ਹਿਰਦੇ ਚ ਆ ਜਾਏ ਤੇ ਸਾਰੀ ਦੁਨੀਆ ਮੇਰੇ ਸੱਜਣ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਰੱਬ ਵੱਲੋਂ ਮੂੰਹ ਮੋੜ, ਤੇਰੇ ਸਾਰੇ ਦੁਸ਼ਮਣ ਬਣ ਜਾਣਗੇ। ਇੱਕ ਪਰਮੇਸ਼ਰ ਨੂੰ, ਗੁਰੂ ਨੂੰ ਸੱਜਣ ਬਣਾ ਲਾ, ਤੇਰਾ ਦੁਨੀਆ ਹੀ ਸੱਜਣਾ ਦੀ ਬਣ ਜਾਏਗੀ। ਇਸ ਗੁਰੂ ਤੋਂ ਪਿੱਛੇ ਨਹੀਂ ਹਟਣਾ। ਨਾਮ ਜਪਣਾ ਤੇ ਜਪਾਉਣਾ ਹੈ। ਅੱਜ ਤੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਤਕਰੀਬਨ 94, 95 ਜਾਂ 97, 98 ਇੱਥੇ ਕਰਕੇ ਹੋਏਗਾ। ਜਦੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਸਾਨੂੰ ਇਸ ਯੂਪੀ ਦੇ ਵਿੱਚ ਭੇਜਣਾ ਸ਼ੁਰੂ ਕੀਤਾ, ਹਰੇਕ ਮਹੀਨੇ ਠਾਠ ਮਨਾਏ। ਲਾਲ ਆਪਣੇ ਬਾਜਪੁਰ, ਕਾਂਸ਼ੀਪੁਰ, ਲਖੀਮਪੁਰ ਤੇ ਜਿੱਥੇ ਜਿੱਥੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਭੇਜਿਆ, ਜਿਸ ਜਿਸ ਜਗ੍ਹਾ ਤੇ ਸਥਾਨ ਬਣਾਏ, ਉਹ ਸ਼ਹਿਰਾਂ ਦੇ ਰੰਗ ਰੂਪ ਹੀ ਬਦਲ ਗਏ। ਮਹਾਂਪੁਰਸ਼ ਪੁੱਛਵਾਲੇ ਕਹਿਣ ਲੱਗੇ ਪੁੱਛਵਾਲਿਆਂ ਨੂੰ ਵੀ ਇੰਨਾ ਇੱਥੇ ਨਾਮ ਜਪਿਆ ਏ, ਇੰਨੀਆਂ ਇੱਥੇ ਲੰਗਰ ਸੇਵਾ ਜਪਿਆ ਜਪਾਇਆ ਜਾ ਰਿਹਾ। ਕਹਿੰਦੇ ਪੁੱਛੋ ਤਾਂ ਸੋਨੇ ਦੀ ਚਿੜੀ ਬਣ ਜਾਏਗੀ। ਤੁਹਾਡੀ ਜ਼ਮੀਨ ਜਿਹੜੀ ਨਾ ਲੋਕ ਸੜਕ ਤੇ ਲੈਂਦੇ ਨਹੀਂ ਸੀ, ਉਜਾੜਾ ਹੈ। ਕਹਿੰਦੇ ਉਜਾੜਾ ਨਹੀਂ, ਇਹ ਤਾਂ ਲੱਭਣੀਆਂ ਨਹੀਂ ਜ਼ਮੀਨਾਂ, ਕੋਈ ਫਸਲ ਨਹੀਂ ਹੁੰਦੀ। ਮਹਾਰਾਜ ਟਿੱਬੇ ਪਏ ਨੇ ਕਿ ਇਹ ਟਿੱਬੇ ਵੀ ਸੋਨੇ ਦੇ ਬਣ ਜਾਣਗੇ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਨਾਮ ਜਪਿਆ ਹੈ, ਬਾਣੀ ਪੜ੍ਹੀ ਏ, ਗੁਰੂ ਘਰ ਬਣਿਆ, ਉਹ ਭਾਈ ਧਰਤੀ ਨੂੰ ਰੰਗ ਭਾਗ ਲੱਗ ਜਾਂਦੇ ਆ। ਜਿਸ ਸਮੇਂ ਇੱਥੇ ਠਾਠ ਬਣਾਇਆ ਸੀ ਤਾਂ ਉਸ ਸਮੇਂ 2 ਦੇ ਕਰੀਬ ਕਿੱਲੇ ਦੀ ਕੀਮਤ ਸੀ, ਤੇ ਅੱਜ ਤਾਂ ਤੁਹਾਨੂੰ ਪਤਾ ਹੋਣਾ ਕਿੰਨੀ ਕੁ। ਇੱਕ ਇਸ ਕਰਕੇ ਭਾਈ ਕਈ ਗੁਣਾ ਵੱਧ ਜਾਂਦੀ, ਕਈ ਗੁਣਾ ਨਾਮ ਜਪਣ ਦੇ ਨਾਲ ਸਾਰੀ ਦੁਨੀਆ ਨੂੰ ਰੰਗ ਭਾਗ ਲੱਗਦੇ। ਚਾਰੋਂ ਤਰਫ ਬਾਬਾ ਨਾਨਕ ਜੀ ਇਕੱਲੇ ਸੰਸਾਰ ਚ ਆਏ, ਸਾਰਾ ਦੇਸ਼ ਹਰਾ ਭਰਾ ਹੋ ਗਿਆ। ਤੇ ਜੇ ਇਹੋ ਜਿਹਾ ਸਥਾਨ ਪੂਰਨ ਮਹਾਂਪੁਰਖਾਂ ਵੱਲੋਂ, ਉਹਨਾਂ ਦੀ ਕਿਰਪਾ ਦੇ ਨਾਲ ਇੱਥੇ ਬਣਾਇਆ ਗਿਆ, ਨੀਂਹ ਪੱਥਰ ਰੱਖੀ ਗਈ ਬਾਬਾ ਕੁੰਦਨ ਸਿੰਘ ਜੀ, ਬਾਬਾ ਖੇਮ ਸਿੰਘ ਜੀ ਮਹਾਂਪੁਰਸ਼ਾਂ ਦੇ ਬਖਸ਼ਿਸ਼ ਦੇ ਨਾਲ, ਤੇ ਭਾਈ ਅਮਰਜੀਤ ਸਿੰਘਾਂ ਨੇ ਨਾਲ ਉਪਰਾਲਾ ਕੀਤਾ। ਸਾਰੀ ਸੰਗਤ ਇੱਥੇ ਹੁਣ
सेवा करो, नाम जपो, बाणी पढ़ो, सुखमनी करो। जिन्ना इत्थे करोगे तुहाडे सारे तीर्थ इत्थे मिल जाणगे, सारियां गुरु साहब दीयां खुशियां प्राप्त होणगीਆਂ। इत्थे सेवा दे विच लगे रहना है। साडे कोल तां टाइम फिर गुरु साहब दी किरपा नाल जिन्ना कोई निकलदा उन्नी को हाज़री फिर समय नाल कई वारी नहीं भी। बाबा सुखचैन सिंह जी इत्थे ड्यूटियां कर रहे ने सारियां, इन्हां दे नाल पूरा साथ दिओ ते सारियां सेवा जड़ियां सारे इत्थों दे आस पास दे गुरमुख प्यारे रल के उपराला करके सेवा नूं चाह दे नाल पूरियां करो। चाह नाल हजूर साहब दी सेवा आउंदी है, उदों भी वो चाह दे नाल पूरी करया करो। उथों कलगीधर पातशाह ने तुहाडीआं झोलियां भरनियां। नानकसर प्रोग्राम आउंदे आ, बरसियां समागम, सारे जथे समेत जाओ, खुशियां लैके आओ उथों गुरु घर दीआं। ये सारी साध संगत नूं बेनती कि यही सब तो वड्डा दरबार है। नानकसर भगती दा घर, इत्थों सानू भगती मिलेगी, साडे बच्चिआं नूं भगती मिलेगी ते गुरु साहब दी प्रसन्नता खुशी बनी रहेगी। नानकसर भगती दा घर ये तुहाडे झोली विच पिया है। सारी साध संगत दी ते वध चढ़ के इत्थे सेवा कमालो, नाम जप लो। साडी रोज़ दी रात दी रहन सफाई होंदी है ते इन्हां बाबा सुखचैन सिंह जी नूं कहा भी चलो 10-11 बजे तक असीं कीर्तन करके फिर जावांगे। शाम दा रहरा सवेर दी हाज़री भर के उस तो बाद कीर्तन करके फिर जावांगे। ते संगतां अज रात दा भी लाहा खट्टो, जिहड़े नहीं दिने आए वो रात नूं जरूर आण के टका दे विच बैठो ते फिर अगे जिवें गुरु साहब मेहर करनगे ते उत्थे सेवा चल रही ने सारियां। नानकसर भी, हजूर साहब भी, पुचो साहब भी, सब जगह ते लंगर भी चलते आ, कार सेवा भी चल रही। हजूर साहब सारियां बिल्डिंगां सरावां बनदियां पईआं। नानकसर सारी सोने की सेवा शुरू हुई है, जिथे रोज़ कीर्तन होंदा है। पुचो साहब सारियां सेवा चलदियां, सारियां थावां ते लंगर चलते आ। संगतां जरूर हम हुमा के नाल जाया करो। बाबा सुखचैन सिंह दे प्रोग्राम अनुसार हजूर साहब दे जिन्ने दिन दी तुहाडी सेवा है, सारी संगत जिन्नी सेवा करोगे उन्ना फल लै लवोगे। ते सारे पहुंचिया करो सेवा ते, सेवा का ही फल झोली च प्राप्त पैना है। आओ सारे भगती का घर बनाया बाबे नंद सिंह ने। इत्थे भगती दा घर बनाया धन बाबा नंद सिंह ने। जी भगती दा घर बनाया धन बाबा नंद सिंह ने। भगती दा घर बनाया धन बाबा नंद सिंह ने। इत्थे भगती दा घर बनाया धन बाबा नंद सिंह ने। जी भगती दा घर बनाया धन बाबा नंद सिंह ने। इत्थे भगती दा घर बनाया धन बाबा नंद सिंह ने। भगती दा घर बनाया धन बाबा नंद सिंह ने। इत्थे भगती दा घर बनाया धन बाबा नंद सिंह ने। जी धन बाबा नंद सिंह ने, धन बाबा नंद सिंह ने। धन बाबा नंद सिंह ने, धन बाबा नंद सिंह ने। जी धन बाबा नंद सिंह ने, धन बाबा नंद सिंह ने। धन बाबा नंद सिंह ने, धन बाबा नंद सिंह ने। जी भगती दा घर बनाया धन बाबा नंद सिंह ने। इत्थे भगती दा घर बनाया धन बाबा नंद सिंह ने। भगती दा घर बनाया धन बाबा नंद सिंह ने। इत्थे भगती दा घर बनाया धन बाबा नंद सिंह ने।
ਨਾਲ ਦਰਬਾਰ ਚਾਲੂ ਹੀ ਰਹਿਣਾ ਹੈ। ਹੁਕਮਨਾਮਾ ਹੋਏਗਾ, ਅਰਦਾਸ ਹੋਏਗੀ, ਫਿਰ ਉਸ ਤੋਂ ਬਾਅਦ ਸ਼ਾਮ ਦੀ ਕਥਾ ਸ਼ੁਰੂ ਹੋ ਜਾਏਗੀ। ਕਥਾ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋਵੇਗਾ। ਰਹਿ ਰਸ ਤੋਂ ਪਹਿਲੋਂ ਵਾਲਾ, ਰਹਿ ਰਸ ਦੇ ਪਾਠ ਹੋਣਗੇ। ਉਸ ਤੋਂ ਉਪਰੰਤ ਫਿਰ ਕੀਰਤਨ ਦਰਬਾਰ ਸਜੇਗਾ। ਸਾਰੀਆਂ ਸੰਗਤਾਂ ਪੂਰਾ ਲਾਹਾ ਖੱਟੋ। ਅੱਜ ਸੰਗਤਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ ਗੁਰੂ ਘਰ ਦੇ ਵਿੱਚ ਜੀ। ਜਿੰਨੇ ਕਦਮ ਰੱਖੇ ਸਿਰ ਮੱਥੇ ਤੇ, ਜਿਨ੍ਹਾਂ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ। ਇਹ ਸਤ ਸੰਗਤ ਗੁਰੂ ਨਾਨਕ ਸਾਹਿਬ ਦੀ ਹੈ। ਇਹ ਘਰ ਗੁਰੂ ਨਾਨਕ ਸਾਹਿਬ ਜੀ ਦਾ ਹੈ। ਆਪਾਂ ਸਾਰੇ ਉਹਨਾਂ ਦੇ ਸੇਵਕ ਹਾਂ, ਗੋਲੇ ਹਾਂ। ਇਹ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਦੀ ਹੈ। ਘਰ ਗੁਰੂ ਨਾਨਕ ਸਾਹਿਬ ਦਾ ਹੈ। ਤੇ ਸਾਰੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚੋਂ ਖੁਸ਼ੀਆਂ ਲਵੋ। ਰਾਤੀ ਫਿਰ ਦੀਵਾਨ ਸਜਣੇ ਆ। ਕੱਲ੍ਹ ਨੂੰ ਦਿਨ ਦਾ ਦੀਵਾਨ ਵੀ ਹੋਏਗਾ। ਜਿਹੜੇ ਜਥੇ ਹੋਏ ਸਮਾਂ ਲਾਉਣਗੇ। ਹੁਣ ਹੁਕਮਨਾਮਾ ਸਰਵਣ ਕਰੋ ਤੇ ਉਸ ਤੇ ਉਪਰੰਤ ਫਿਰ ਅਰਦਾਸ ਹੋ ਕੇ ਫਿਰ ਕਥਾ ਸ਼ੁਰੂ ਹੋ ਜਾਏਗੀ ਨਾਲ ਹੀ। ਧੰਨ ਗੁਰੂ ਨਾਨਕ। ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ।